ਅੱਜ ਅਸੀਂ ਪੰਜਾਬ ਅਚੀਵਮੈਂਟ ਸਰਵੇ PAS 2020 ਅਭਿਆਸ ਸ਼ੀਟ 5 ਹੱਲ ਕਰਾਂਗੇ। ਸਭ ਤੋਂ ਪਹਿਲਾ ਵਿਸ਼ਾ ਪੰਜਾਬੀ। ਪੈਰਾ ਪੜ੍ਹਦੇ ਹਾਂ ਪਹਿਲਾਂ, ਇਹਨੂੰ ਧਿਆਨ ਨਾਲ ਸੁਣਨਾ ਹੈ, ਫਿਰ ਅਸੀਂ ਇਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਇਹਦੇ ਵਿੱਚੋਂ ਲੱਭਣੇ ਹਨ। ਉਹਨਾਂ ਦਿਨਾਂ ਵਿੱਚ ਗਾਂਧੀ ਜੀ ਦੇ ਪਿਤਾ ਜੀ ਬਿਮਾਰ ਸਨ। ਬਿਮਾਰੀ ਕਰਕੇ ਉਹ ਬਿਸਤਰੇ 'ਤੇ ਲੇਟੇ ਹੋਏ ਸਨ। ਗਾਂਧੀ ਜੀ ਨੇ ਉਹ ਚਿੱਠੀ ਆਪਣੇ ਪਿਤਾ ਜੀ ਦੇ ਹੱਥ ਵਿੱਚ ਫੜਾ ਦਿੱਤੀ ਅਤੇ ਉਹ ਉਹਨਾਂ ਦੀ ਮੰਜੀ ਦੇ ਕੋਨੇ ਉੱਤੇ ਬੈਠ ਗਏ। ਉਹਨਾਂ ਦਾ ਸਰੀਰ ਡਰ ਨਾਲ ਕੰਬ ਰਿਹਾ ਸੀ। ਪਿਤਾ ਜੀ ਨੇ ਜਦੋਂ ਉਹ ਚਿੱਠੀ ਪੜ੍ਹੀ ਤਾਂ ਉਹ ਰੋ ਪਏ। ਕੁਝ ਦੇਰ ਲਈ ਉਹ ਅੱਖਾਂ ਬੰਦ ਕਰਕੇ ਲੇਟੇ ਰਹੇ। ਫਿਰ ਉਹਨਾਂ ਨੇ ਉਹ ਚਿੱਠੀ ਵਾਲਾ ਕਾਗਜ਼ ਪਾੜ ਦਿੱਤਾ। ਪਿਤਾ ਦੇ ਅਥਰੂਆਂ ਨੇ ਪੁੱਤਰ ਦੇ ਗੁਨਾਹ ਨੂੰ ਮਾਫ਼ ਕਰ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਗਾਂਧੀ ਜੀ ਨੇ ਜੀਵਨ ਭਰ ਨਾ ਕਦੇ ਝੂਠ ਬੋਲਿਆ ਅਤੇ ਨਾ ਹੀ ਕਦੇ ਚੋਰੀ ਕੀਤੀ। ਹੁਣ ਨੀਚੇ ਲਿਖੇ ਹੋਏ ਪ੍ਰਸ਼ਨਾਂ ਨੂੰ ਦੇਖਦੇ ਹਾਂ। ਪਹਿਲਾ ਹੈ, ਗਾਂਧੀ ਜੀ ਨੇ ਆਪਣੇ ਪਿਤਾ ਜੀ ਦੇ ਹੱਥ ਵਿੱਚ ਕੀ ਫੜਾਇਆ ਸੀ? ਕੀ ਫੜਾਇਆ ਸੀ ਉਹਨਾਂ ਨੇ? ਉਹਨਾਂ ਦੇ ਹੱਥ ਵਿੱਚ ਦੂਜੀ ਲਾਈਨ ਦੇ ਵਿੱਚ ਦੇਖੋ, ਚਿੱਠੀ ਆਪਣੇ ਪਿਤਾ ਜੀ ਦੇ ਹੱਥ ਵਿੱਚ ਫੜਾ ਦਿੱਤੀ। ਤਾਂ ਅਸੀਂ ਇਸ ਦੇ ਵਿੱਚ ਕੀ ਕਰਾਂਗੇ? ਚਿੱਠੀ ਨੂੰ ਟਿਕ ਕਰਾਂਗੇ। ਅੱਗੇ ਹੈ, ਗੁਨਾਹ ਤੋਂ ਕੀ ਭਾਵ ਹੈ? ਗੁਨਾਹ ਕੀ ਹੁੰਦੀ ਹੈ? ਗਲਤੀ। ਪਹਿਲੀ ਆਪਸ਼ਨ ਹੀ ਹੈ ਊੜਾ। ਅੱਗੇ, ਗਾਂਧੀ ਜੀ ਦੇ ਪਿਤਾ ਜੀ ਨੇ ਚਿੱਠੀ ਵਾਲਾ ਕਾਗਜ਼ ਕਿਉਂ ਪਾੜ ਦਿੱਤਾ ਸੀ? ਕਿਉਂਕਿ ਉਹਨਾਂ ਨੇ ਗਾਂਧੀ ਜੀ ਨੂੰ ਮਾਫ਼ ਕਰ ਦਿੱਤਾ ਸੀ। ਪਹਿਲਾ ਆਪਸ਼ਨ ਹੀ ਆਏਗਾ ਇਹਦਾ, ਠੀਕ ਹੈ, ਊੜਾ ਹੀ ਆਪਸ਼ਨ ਆਏਗਾ ਇਹਦਾ। ਗਾਂਧੀ ਜੀ ਨੇ ਮੁੜ ਜੀਵਨ ਭਰ ਝੂਠ ਨਹੀਂ ਬੋਲਿਆ। ਉੱਪਰਲੇ ਵਾਕ ਵਿੱਚ ਲਕੀਰੇ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੈ? ਲਕੀਰਿਆ ਸ਼ਬਦ ਹੈ ਝੂਠ। ਝੂਠ ਦਾ ਵਿਰੋਧੀ ਸ਼ਬਦ ਕੀ ਹੁੰਦਾ ਹੈ? ਸੱਚ, ਯਾਨੀ ਕਿ ਐੜਾ। ਉਪਰੋਕਤ ਪੈਰਾ ਕਿਸ ਬਾਰੇ ਹੈ? ਚਿੱਠੀ ਲਿਖਣ ਬਾਰੇ, ਚੋਰੀ ਕਰਨ ਬਾਰੇ, ਝੂਠ ਨਾ ਬੋਲਣ ਅਤੇ ਚੋਰੀ ਨਾ ਕਰਨ ਬਾਰੇ, ਜਾਂ ਸਜ਼ਾ ਦੇਣ ਬਾਰੇ? ਇਹਦਾ ਈੜੀ ਭਾਗ ਆਏਗਾ, ਝੂਠ ਨਾ ਬੋਲਣ ਅਤੇ ਚੋਰੀ ਨਾ ਕਰਨ ਬਾਰੇ। ਅੱਗੇ ਚੱਲਦੇ ਹਾਂ। ਵਿਸ਼ਾ ਗਣਿਤ। ਗੁਰਪ੍ਰੀਤ ਨੇ ਪ੍ਰੀਤੀ ਨੂੰ ਆਪਣੀ ਗੁੱਡੀ ਦੀ ਕੀਮਤ ਪਰਚੀ ਵਿੱਚ ਵੇਖ ਕੇ ਬੁੱਝਣ ਲਈ ਕਿਹਾ। ਗੁੱਡੀ ਦੀ ਕੀਮਤ ਕੀ ਹੋਵੇਗੀ? ਅਸੀਂ ਇਹ ਵਿੱਚ ਸਕੁਏਅਰ ਦੇ ਵਿੱਚ ਦੇਖੋ ਕੀ ਲਿਖਿਆ ਹੋਇਆ ਇਹਨਾਂ ਨੇ। 9 ਇਕਾਈਆਂ, 8 ਸੈਂਕੜੇ, 9 ਦਹਾਈਆਂ। ਪਹਿਲਾਂ ਅਸੀਂ ਆਪਸ਼ਨ ਦੇ ਵਿੱਚ ਦੇਖਦੇ ਹਾਂ। ਤੁਸੀਂ ਪਹਿਲਾਂ ਦੇਖੋ 9 ਇਕਾਈ ਕਿੱਥੇ ਆ ਰਹੀ ਹੈ? 9 ਇਕਾਈ ਹਮੇਸ਼ਾ ਪਿਛਲਾ ਅੰਕ ਹੁੰਦਾ ਹੈ। ਊੜੇ 'ਚ ਸਭ ਤੋਂ ਲਾਸਟ ਵਾਲਾ ਅੰਕ 9 ਹੈ, ਐੜੇ 'ਚ ਨਹੀਂ ਹੈ, ਯਾਨੀ ਕਿ ਐੜਾ ਆਪਸ਼ਨ ਇਹਦਾ ਆਨਸਰ ਨਹੀਂ ਹੈ। ਈੜੀ 9 ਆ ਰਿਹਾ ਪਿੱਛੇ, ਸੱਸੇ 'ਚ ਵੀ ਪਿੱਛੇ 9 ਆ ਰਿਹਾ, ਯਾਨੀ ਕਿ ਊੜਾ, ਈੜੀ ਅਤੇ ਸੱਸਾ ਤਿੰਨਾਂ 'ਚੋਂ ਇੱਕ ਹੋਏਗਾ। ਅੱਗੇ ਦੇਖਦੇ 8 ਸੈਂਕੜੇ। 8 ਸੈਂਕੜੇ ਕਿਸ 'ਚ ਆ ਰਹੇ ਨੇ? ਊੜੇ 'ਚ ਦੇਖੋ, ਨਹੀਂ, 8 ਸੈਂਕੜਾ ਨਹੀਂ ਆ ਰਿਹਾ। ਇਕਾਈ, ਦਹਾਈ, ਸੈਂਕੜਾ। ਸੈਂਕੜਾ ਇੱਥੇ 9 ਆ ਰਿਹਾ, ਯਾਨੀ ਕਿ ਊੜਾ ਐੜਾ ਦੋਨੋਂ ਆਪਸ਼ਨ ਨਹੀਂ ਹੈ। ਅੱਗੇ ਹੈ ਈੜੀ, ਇਕਾਈ, ਦਹਾਈ, ਸੈਂਕੜਾ। ਇਹਦੇ ਵਿੱਚ ਸੈਂਕੜਾ 8 ਆ ਰਿਹਾ, ਤਾਂ ਇਹਦਾ ਮਤਲਬ ਇਹ ਵਾਲਾ ਆਪਸ਼ਨ ਇਹਦਾ ਆਨਸਰ ਹੋ ਸਕਦਾ ਹੈ, ਠੀਕ ਹੈ। ਅੱਗੇ ਚੱਲਦੇ 9 ਦਹਾਈਆਂ। 9 ਦਹਾਈ ਆ ਰਹੀ ਹੈ ਇਹਦੇ ਵਿੱਚ ਈੜੀ 'ਚ ਦੇਖੋ, ਇਕਾਈ, ਦਹਾਈ, ਦਹਾਈ ਵਿਚਕਾਰ ਆ ਰਹੀ ਹੈ 9। ਇਹਦਾ ਲਓ, ਇਹਦਾ ਆਨਸਰ ਆਏਗਾ ਈੜੀ। ਅੱਗੇ ਹਰਦੀਪ ਨੇ ਦੁਕਾਨ ਤੋਂ ਹੇਠਾਂ ਦਿੱਤਾ ਸਮਾਨ ਖਰੀਦਿਆ। ਵਸਤੂਆਂ ਦੇ ਮੁੱਲ ਨੂੰ ਵਾਧੇ ਕਰਾਂ ਵਿੱਚ ਲਗਾਉਣ 'ਤੇ ਸਭ ਤੋਂ ਪਹਿਲਾਂ ਕਿਸ ਵਸਤੂ ਦਾ ਮੁੱਲ ਆਵੇਗਾ? ਦੇਖੋ, ਸਮਾਨ ਦੇ ਵਿੱਚ ਸਭ ਤੋਂ ਘੱਟ ਰੇਟ ਵਾਲੀ ਚੀਜ਼ ਸਭ ਤੋਂ ਪਹਿਲਾਂ ਆਏਗੀ ਵਾਧੇ ਕਰਾਂ ਵਿੱਚ। ਸਭ ਤੋਂ ਘੱਟ ਰੇਟ ਕਿਸ ਚੀਜ਼ ਦਾ ਹੈ? ਸਕੂਲ ਬੈਗ ਦਾ ਹੈ, ਵਾਟਰ ਬੋਟਲ ਦਾ ਹੈ, ਟਿਫਿਨ ਬਾਕਸ ਦਾ ਹੈ, ਜਾਂ ਸ਼ੂਜ਼ ਦਾ ਹੈ? ਇਹਦੇ ਵਿੱਚ ਸਭ ਤੋਂ ਘੱਟ ਕੀਮਤ ਹੈ ਟਿਫਿਨ ਬਾਕਸ ਦੀ। ਇਹਨਾਂ ਨੂੰ ਈੜੀ ਆਪਸ਼ਨ ਇਹਦਾ ਆਨਸਰ ਹੋਏਗਾ। ਅੱਗੇ ਦੇਖਦੇ ਹਾਂ, ਡਿੰਪਲ ਨੂੰ ਉਸਦੇ ਜਨਮ ਦਿਨ 'ਤੇ ਦਾਦਾ ਜੀ ਨੇ 500 ਰੁਪਏ, ਚਾਚਾ ਜੀ ਨੇ 200 ਰੁਪਏ ਅਤੇ ਭੂਆ ਜੀ ਨੇ 250 ਰੁਪਏ ਦਿੱਤੇ। ਉਸਨੇ ਇਹਨਾਂ ਰੁਪਇਆਂ ਨਾਲ ਹੇਠਾਂ ਦਿੱਤਾ ਸਮਾਨ ਖਰੀਦਿਆ ਅਤੇ ਬਾਕੀ ਰੁਪਏ ਗੋਲਕ ਵਿੱਚ ਪਾ ਦਿੱਤੇ। ਹੇਠਾਂ ਦਿੱਤਾ ਸਮਾਨ ਕੀ ਖਰੀਦਿਆ ਉਹਨੇ? ਟੈਡੀ ਬੀਅਰ ਖਰੀਦਿਆ 350 ਦਾ। ਪਹਿਲਾਂ ਆਪਾਂ ਦੇਖਦੇ ਹਾਂ ਕੁੱਲ ਪੈਸੇ ਕਿੰਨੇ ਜਮ੍ਹਾਂ ਹੋਏ ਆ, ਠੀਕ ਹੈ। 500 ਰੁਪਇਆ ਸਭ ਤੋਂ ਪਹਿਲਾਂ ਦਾਦਾ ਨੇ ਦਿੱਤਾ, ਫਿਰ ਚਾਚਾ ਜੀ ਨੇ 500, 600, 700, ਭੂਆ ਨੇ ਦਿੱਤੇ 250 ਹੋਰ, ਤਾਂ ਕਿੰਨਾ ਹੋ ਗਿਆ? 700 ਤੋਂ ਬਾਅਦ 800, 900, 950 ਰੁਪਏ। 950 'ਚ ਉਹਨੇ 350 ਰੁਪਏ ਦਾ ਟੈਡੀ ਬੀਅਰ ਖਰੀਦ ਲਿਆ। ਡਿੰਪਲ ਨੇ ਕਿੰਨੇ ਰੁਪਏ ਗੋਲਕ ਵਿੱਚ ਪਾਏ? ਹੁਣ ਅਸੀਂ ਕੀ ਕਰਾਂਗੇ?
ਟੈਡੀ ਬੀਅਰ ਦੀ ਰੇਟ ਨੂੰ ਇਹਦੇ ਵਿੱਚੋਂ ਘਟਾ ਦਾਂਗੇ, ਯਾਨੀ ਕਿ ਉਹਦੇ ਕੋਲ ਹੋਏ ਹੈ 950, ਉਸ 'ਚੋਂ ਅਸੀਂ ਘਟਾ ਦਾਂਗੇ 350। ਘਟਾ ਕੇ ਦੇਖੋ ਕਿੰਨਾ ਆਏਗਾ, 0 0, 9 'ਚੋਂ 3 ਗਏ 600, ਯਾਨੀ ਕਿ 600 ਰੁਪਇਆ ਉਹਦੇ ਕੋਲ ਵਾਕਈ ਮੁੜਿਆ। ਹੁਣ ਆਪਾਂ 600 ਰੁਪਏ ਲੱਭਦੇ, ਇਹਦੇ ਵਿੱਚ ਆਪਸ਼ਨ 'ਚ ਕਿਹੜੇ ਹੈ। ਦੇਖੋ 600 ਰੁਪਏ ਸਭ ਤੋਂ ਪਹਿਲਾਂ ਓੜਾ 500 ਰੁਪਏ ਹੈ, ਐਡ 'ਚ ਦੇਖੋ 200 ਦੇ 3 ਨੋਟ ਹੈ, 200 200 200 ਕਿੰਨੇ ਹੋ ਗਏ 600, ਯਾਨੀ ਕਿ ਇਹਦੇ ਆਪਸ਼ਨ ਮਿਲ ਗਈ ਸਾਨੂੰ ਐਡਾ। ਠੀਕ ਹੈ, ਐਡ ਆਪਸ਼ਨ। ਅੱਗੇ ਚੱਲਦੇ ਹਾਂ। ਅਗਲੇ ਹੇਠਾਂ ਦਿੱਤੇ ਸੰਖਿਆਵਾਂ ਵਿੱਚੋਂ ਸਭ ਤੋਂ ਛੋਟੀ ਸੰਖਿਆ ਦੱਸੋ। ਦੇਖੋ ਊੜਾ 43 ਹੈ, ਐੜਾ 13 ਲਿਖਿਆ ਹੋਇਆ, ਈੜੀ 34 ਹੈ, ਸੱਸਾ ਹੈ 31। ਸਭ ਤੋਂ ਛੋਟੀ ਰਕਮ ਤੁਹਾਨੂੰ ਸਾਫ਼ ਦਿਖ ਰਹੀ ਹੈ, ਜਿਸ ਸਭ ਤੋਂ ਘੱਟ ਹੈ ਦਾਈਆਂ ਐੜਾ 13। 13 ਰਕਮ ਕੀ ਹੈ ਸਾਡੀ ਸਭ ਤੋਂ ਛੋਟੀ ਹੈ। ਅੱਗੇ ਚੱਲਦੇ ਹਾਂ। ਇੰਗਲਿਸ਼ ਦਾ ਪੈਰਾ ਮੈਂ ਪੜ੍ਹੂੰਗੀ, ਇਸ ਦੇ ਵਿੱਚੋਂ ਕੁਐਸਚਨ ਪੁੱਛੇ ਜਾਏंगे, ਧਿਆਨ ਨਾਲ ਸੁਣਿਓ। When the clock strikes 7:30 a.m., my school bus arrives and I reach the school on time. At 2 in the afternoon, I came back home and meet my clock again. In the evening at 5 p.m., its hands tell me to go out and play. At 9 p.m., it's time to say good night and go to bed. Question number 1. I reach my school dash. ਇਹ ਲਾਈਨ ਪਹਿਲੀ ਲਾਈਨ 'ਚ ਆਈ ਹੋਈ ਹੈ ਪੈਰੇ ਵਿੱਚ, ਤੁਸੀਂ ਧਿਆਨ ਨਾਲ ਦੇਖੋ। ਪੈਰੇ 'ਚ ਆ ਸਭ ਤੋਂ ਉੱਪਰ ਆ ਰਹੀ ਹੈ ਆਈ ਰੀਚ ਦਾ ਸਕੂਲ ਔਨ ਟਾਈਮ, ਆ ਰਿਹਾ ਨਾ ਔਨ ਟਾਈਮ। ਤਾਂ ਅਸੀਂ ਕੀ ਕਰਾਂਗੇ, ਇਹਦੇ ਵਿੱਚ ਦੇਖੋ ਆਪਸ਼ਨ ਐਟ 7 AM, ਇਨ ਦਾ ਇਵਨਿੰਗ, ਔਨ ਟਾਈਮ। ਸੀ ਆਪਸ਼ਨ ਆ ਰਹੀ ਹੈ ਔਨ ਟਾਈਮ, ਇਹਨੂੰ ਟਿਕ ਕਰ ਦਾਂਗੇ। ਵੈਨ ਡਜ਼ ਮਾਈ ਸਕੂਲ ਬੱਸ ਅਰਾਈਵਸ, ਐਟ 5 PM, at 9 PM, at 7:30 AM या at 7:30 PM। देखो फर्स्ट लाइन 'ਚ आंसर ਤੁਹਾਨੂੰ ਮਿਲੇਗਾ। देखो 7:30 AM सब तो उत्ते लिखा है 7:30 AM माई स्कूल बस अराइव्स, यानी कि AM। सी ऑप्शन ਇਹਦਾ ਵੀ। ਅੱਗੇ ਚੂਜ਼ ਦਾ ਨਾउन। ठीक है, नाउन किसी भी चीज़ ਦਾ, किसी भी जगह ਦਾ, किसी व्यक्ति ਦਾ ਨਾਮ ਹੋ ਸਕਦਾ ਹੈ, किसी भी। ठीक है, ਹੁਣ ਇਹਦੇ ਵਿੱਚ ਦੇਖੋ फर्स्ट है ए प्ले, मीट। प्ले की है वर्ब है, क्रिया है। ठीक है, मीट भी वर्ब है, और लास्ट ऑप्शन रीच, ये भी वर्ब है। इसका मतलब इसका ऑप्शन आएगा सी। सी है होम। ठीक है, ये साडा नाउन है। एड लुक एट द पिक्चर एंड चूज द करैक्ट ऑप्शन। पिक्चर वाल देखो तो दसो ये की होया इस टाइम, मॉर्निंग है, ईवनिंग है, आफ्टरनून है या नाइट है। ये रात का सीन है, मून रात को मिलता है देखने को, तो असी डी ऑप्शन लगावांगे नाइट। What do I say while going to bed at night? ਰਾਤ ਨੂੰ ਅਸੀਂ ਜਦ ਸੌਣ ਜਾਂਦੇ ਹਾਂ ਬੈੱਡ 'ਤੇ ਤਾਂ ਅਸੀਂ ਕੀ ਕਹਿੰਦੇ ਹਾਂ ਰਾਤ ਨੂੰ। ਆ ਦੇਖੋ ਲਾਸਟ ਲਾਈਨ ਦੇ ਵਿੱਚ ਆਨਸਰ ਆਇਆ ਹੋਇਆ ਗੁੱਡ ਨਾਈਟ ਐਂਡ ਗੋ ਟੂ ਬੈਡ, ਤਾਂ ਇਹਦੇ ਵਿੱਚ ਆਪਸ਼ਨ ਏ ਆਏਗੀ ਗੁੱਡ ਨਾਈਟ। ਠੀਕ ਹੈ, ਹੁਣ ਅੱਗੇ ਚੱਲਦੇ ਹਾਂ। निम्नलिखित पैरे को पढ़कर प्रश्नों के उत्तर लिखिए। गांव में एक चरवाहा रहता था, वह रोज़ बकरियां चराने जंगल की ओर जाता था। वह अक्सर अपने घर वालों, मित्रों, पड़ोसियों के साथ मजाक करता रहता था। एक दिन जब वह बकरियां चरा रहा था तब उसने सोचा क्यों ना गांव वालों से मजाक किया जाए। ऐसा सोचकर चरवाहा ज़ोर ज़ोर से चिल्लाया, शेर आया, शेर आया। गांव वाले चरवाहे की आवाज़ सुनकर जंगल की ओर दौड़े। गांव वालों ने चरवाहे से पूछा, शेर कहाँ है। चरवाहे ने हंसते हुए कहा, मैं तो बस मजाक कर रहा था। दूसरे दिन भी उसने वही मजाक किया। गांव वाले समझ गए थे कि वह चरवाहा उनके साथ मजाक कर रहा है। कुछ दिन बाद सचमुच में एक शेर आया। वह चिल्लाने लगा, लेकिन कोई भी उसकी मदद के लिए नहीं आया। गांव वालों ने सोचा कि चरवाहा फिर से मजाक कर रहा है। इस बार चरवाहा फंस गया। शेर ने उसे पकड़ लिया और मार डाला। ठीक है, अब इस पैरे में से जो प्रश्न पूछे गए उसके हमने उत्तर टिक करने हैं। बकरियां चराते हुए चरवाहे ने किससे मजाक किया था।
किससे मजाक किया था? ये देखो तीसरी लाइन में आ रहा है, उसने मजाक अपने मित्रों से किया था, अपने पड़ोसियों से किया था, अपने गांव वालों से या अपने घर वालों से? उसने ये मजाक अपने गांव वालों से किया था। ग आंसर आएगा इसका। ठीक है। चरवाहा अपनी किस आदत के कारण मुसीबत में फंसा? क ज़ोर ज़ोर से चिल्लाने की आदत के कारण, ख झूठ बोलने की आदत के कारण, ग चालाकी करने की आदत के कारण, घ झगड़ा करने की आदत के कारण। इसका आंसर क्या आएगा? वो क्या बोलता था? झूठ बोलता था। इसका आंसर है ख। चरवाहा शब्द से आप क्या समझते हैं? चरवाहा कौन होता है? क लकड़ी काटने वाला, ख जंगल में रहने वाला, ग बकरी चराने वाला, घ सबसे मजाक करने वाला। कौन होता है? बकरी चराने वाला। इसका आंसर आएगा ग। समझ कर करें। बकरी बकरियां हैं तो लकड़ी का क्या होगा? लकड़ी का क्या होगा? लकड़ियाँ। अब इसमें हमने ढूंढना है लकड़ियाँ कहाँ पे लिखा है। ध्यान से पढ़ो। क में लिखा है लड़कियाँ, ख में है लकड़ियाँ, ग में है लकड़ियाँ और घ में है लड़कियाँ। ठीक है। तो इसमें सही ऑप्शन क्या है? ख लकड़ियाँ, जो सही लिखा हुआ है। ठीक है। और आखिरी इसका प्रश्न 5वां है, शेर कहाँ है? वाक्य किसने किससे कहा? ठीक है। ये वाक्य गांव वालों ने चरवाहे से कहा था। देखो इसमें कौन सा ऑप्शन आ रहा है? क चरवाहे ने अपने मित्रों से कहा, चरवाहे ने गांव वालों से कहा, या गांव वालों ने चरवाहे से कहा, या घ घर वालों ने चरवाहे से कहा। इसका ऑप्शन है ग, गांव वालों ने चरवाहे से कहा। अब लास्ट साडा विषय आ गया वातावरण। ठीक है। वातावरण सिੱਖਿਆ। इसका पहला प्रश्न है, ਤੁਸੀਂ 5ਵੀਂ ਪਾਸ ਕਰਨ ਤੋਂ ਬਾਅਦ ਨਵੇਂ ਸਕੂਲ ਵਿੱਚ ਦਾਖਲਾ ਲਿਆ ਹੈ, ਤੁਹਾਡੇ ਨਵੇਂ ਦੋਸਤ ਵੀ ਬਣਨਗੇ। ਜਮਾਤ ਵਿੱਚ ਕਿਸ ਪ੍ਰਕਾਰ ਦੇ ਵਿਦਿਆਰਥੀਆਂ ਨੂੰ ਆਪਣਾ ਦੋਸਤ ਬਣਾਓਗੇ? ਠੀਕ ਹੈ। ਊੜਾ ਜੋ ਚੰਗੇ ਆਚਰਣ ਵਾਲੇ ਹੋਣ, ਐੜਾ ਜੋ ਅਧਿਆਪਕਾਂ ਦਾ ਕਹਿਣਾ ਮੰਨਦੇ ਹੋਣ, ਈੜੀ ਜੋ ਮਨ ਲਾ ਕੇ ਪੜ੍ਹਦੇ ਹੋਣ, ਸੱਸਾ ਜਾਂ ਇਹਨਾਂ ਜਿਨ੍ਹਾਂ ਵਿੱਚ ਉਪਰੋਕਤ ਸਾਰੇ ਗੁਣ ਹੋਣ। ਇਹਦਾ ਆਪਸ਼ਨ ਕੀ ਆਏਗੀ? ਇਹ ਸਾਰੇ ਗੁਣ ਹੋਣੇ ਚਾਹੀਦੇ ਆ। ਊੜਾ ਵੀ, ਐੜਾ ਵੀ ਤੇ ਈੜੀ ਵੀ, ਯਾਨੀ ਕਿ ਇਹਦਾ ਆਨਸਰ ਆਏਗਾ ਸੱਸਾ, ਜਿਹਦੇ ਵਿੱਚ ਅਸੀਂ ਕੀ ਕਰਾਂਗੇ? ਸਾਰੇ ਹੀ ਪੁਆਇੰਟਸ ਕਵਰ ਕਰ ਲਾਂਗੇ। ਠੀਕ ਹੈ। ਰੁੱਖ ਸਾਡੇ ਸਾਥੀ ਹਨ। ਰੁੱਖਾਂ ਦੇ ਸੰਬੰਧ ਵਿੱਚ ਕਿਹੜਾ ਕਥਨ ਗਲਤ ਹੈ? ਠੀਕ ਹੈ। ਰੁੱਖ ਸਾਨੂੰ ਛਾਂ ਦਿੰਦੇ ਹਨ, ਸਹੀ ਹੈ। ਰੁੱਖਾਂ ਤੋਂ ਅਸੀਂ ਲੱਕੜ ਪ੍ਰਾਪਤ ਕਰਦੇ ਹਾਂ, ਸਹੀ ਹੈ। ਰੁੱਖ ਬਹੁਤ ਸਾਰੇ ਪੰਛੀਆਂ ਦਾ ਰਹਿਣ ਬਸੇਰਾ ਹਨ, ਸਹੀ ਹੈ। ਸੱਸਾ ਰੁੱਖ ਧਰਤੀ ਹੇਠਲੇ ਪਾਣੀ ਦਾ ਨੁਕਸਾਨ ਕਰਦੇ ਹਨ, ਇਹ ਗਲਤ ਹੈ। ਅਸੀਂ ਸੱਸੇ 'ਤੇ ਟਿਕ ਲਗਾਵਾਂਗੇ ਕਿਉਂਕਿ ਰੁੱਖ ਤਾਂ ਪਾਣੀ ਨੂੰ ਬਚਾਉਂਦੇ ਨੇ। ਜੇ ਰੁੱਖ ਹੀ ਨਹੀਂ ਹੋਣਗੇ ਤਾਂ ਸਾਡੀ ਧਰਤੀ 'ਤੇ ਪਾਣੀ ਨਹੀਂ ਹੋਏਗਾ, ਇਸ ਲਈ ਇਹ ਕਥਨ ਬਿਲਕੁਲ ਗਲਤ ਹੈ। ਅੱਗੇ ਹੈ ਪ੍ਰਸ਼ਨ ਨੰਬਰ 3, ਥਣਧਾਰੀ ਜੰਤੂਆਂ ਦੇ ਨਵ ਜੰਮੇ ਬੱਚੇ ਭੋਜਨ ਵਜੋਂ ਡੈਸ਼ ਊੜਾ ਫਲ ਖਾਂਦੇ ਹਨ, ਦੁੱਧ ਪੀਂਦੇ ਹਨ, ਆਪਣੀ ਮਾਂ ਦਾ ਦੁੱਧ ਪੀਂਦੇ ਹਨ ਜਾਂ ਚਾਰਾ ਖਾਂਦੇ ਹਨ। ਨਵ ਜਨਮਿਆ ਬੱਚਾ ਆਪਣੀ ਮਾਂ ਦਾ ਦੁੱਧ ਪੀਏਗਾ, ਈੜੀ 'ਚ ਇਹਦਾ ਟਿਕ ਲਗਾਵਾਂਗੇ ਅਸੀਂ। ਠੀਕ ਹੈ। ਪ੍ਰਸ਼ਨ ਨੰਬਰ 4, ਰਾਜੂ ਮੋਬਾਈਲ ਉੱਤੇ ਬਹੁਤ ਜ਼ਿਆਦਾ ਗੇਮਾਂ ਖੇਡਦਾ ਹੈ, ਕੁਝ ਸਮੇਂ ਬਾਅਦ ਉਸ ਡੈਸ਼ ਉਸਦੀ ਸਿਹਤ ਚੰਗੀ ਹੋ ਸਕਦੀ ਹੈ, ਐੜਾ ਉਸ ਦੀਆਂ ਉਂਗਲਾਂ ਖਰਾਬ ਹੋ ਸਕਦੀਆਂ ਹਨ, ਈੜੀ ਉਸਦੀ ਅੱਖਾਂ ਦੀ ਨਜ਼ਰ ਕਮਜ਼ੋਰ ਹੋ ਸਕਦੀ ਹੈ, ਜਾਂ ਫਿਰ ਉਸਦੀ ਚਮੜੀ ਖਰਾਬ ਹੋ ਸਕਦੀ ਹੈ। ਹਾਂਜੀ, ਜਿਹੜੇ ਜ਼ਿਆਦਾ ਮੋਬਾਈਲ 'ਤੇ ਗੇਮਾਂ ਖੇਡਦੇ ਨੇ ਉਹਨਾਂ ਦੀਆਂ ਅੱਖਾਂ ਕਮਜ਼ੋਰ ਹੋ ਜਾਂਦੀਆਂ ਹਨ, ਯਾਨੀ ਕਿ ਈੜੀ ਸਾਡਾ ਸਹੀ ਆਪਸ਼ਨ ਹੈ। ਅੱਗੇ ਹੈ, ਤਸਵੀਰ ਨੂੰ ਧਿਆਨ ਨਾਲ ਦੇਖੋ ਅਤੇ ਦੱਸੋ ਕਿਹੜਾ ਕਥਨ ਸਹੀ ਹੈ। ਤਸਵੀਰ ਕਿਸ ਚੀਜ਼ ਦੀ ਹੈ? ਇੱਕ ਦਰਖਤ ਦੀ ਹੈ। ਠੀਕ ਹੈ। ਹੁਣ ਤੁਸੀਂ ਸੁਣੋ ਊੜੇ ਦਾ, ਸਜੀਵ ਹੈ ਇਹ ਦਰਖਤ, ਇਹ ਚੱਲ ਫਿਰ ਸਕਦਾ ਹੈ। ਐੜਾ ਨਿਰਜੀਵ ਹੈ, ਚੱਲ ਫਿਰ ਨਹੀਂ ਸਕਦਾ। ਈੜੀ ਸਜੀਵ ਹੈ, ਚੱਲ ਫਿਰ ਨਹੀਂ ਸਕਦਾ, ਜਾਂ ਫਿਰ ਸੱਸਾ ਨਿਰਜੀਵ ਹੈ, ਚੱਲ ਫਿਰ ਸਕਦਾ ਹੈ। ਪਹਿਲਾਂ ਤੁਹਾਨੂੰ ਸਜੀਵ ਅਤੇ ਨਿਰਜੀਵ ਪਤਾ ਹੋਣਾ ਚਾਹੀਦਾ ਕੀ ਹੈ। ਸਜੀਵ ਉਹ ਚੀਜ਼ ਹੈ ਜਿਹੜੀ ਸਾਹ ਲੈਂਦੀ ਹੈ। ਠੀਕ ਹੈ। ਜਿਵੇਂ ਅਸੀਂ ਹਾਂ, ਮਨੁੱਖ ਹੈ, ਪੌਦੇ ਹੈ, ਜੀਵ ਜੰਤੂ, ਇਹ ਸਾਰੇ ਸਜੀਵ ਹਨ।
ਨਿਰਜੀਵ ਉਹ ਚੀਜ਼ ਹੈ ਜਿਹੜੀ ਸਾਹ ਨਹੀਂ ਲੈ ਸਕਦੀ, ਜਿਵੇਂ ਕਾਪੀ, ਪੈਨ, ਪੈਨਸਿਲ, ਠੀਕ ਹੈ, ਕੁਰਸੀ। ਇਹ ਚੀਜ਼ਾਂ ਨਿਰਜੀਵ ਨੇ ਜਿਹੜੀ ਸਾਹ ਨਹੀਂ ਲੈ ਸਕਦੀਆਂ। ਹੁਣ ਤੁਸੀਂ ਦੇਖੋ ਪੌਦੇ ਹੈ, ਪੌਦੇ ਸਾਹ ਲੈਂਦੇ ਹਨ, ਜੇ ਲੈਂਦੇ ਹਨ ਤਾਂ ਇਹ ਸਜੀਵ ਹਨ। ਪੌਦੇ ਸਾਹ ਲੈਂਦੇ ਹਨ, ਪਰ ਤੁਸੀਂ ਦੇਖੋ ਇਹਦੇ ਵਿੱਚ ਇਹਨਾਂ ਨੇ ਕਿਹਾ ਇਹ ਚੱਲ ਫਿਰ ਸਕਦਾ ਹੈ ਜਾਂ ਨਹੀਂ ਸਕਦਾ, ਊੜਾ ਜਾਂ ਈੜੀ ਤੋਂ ਇੱਕ ਆਪਸ਼ਨ ਆਏਗੀ। ਕਿਉਂਕਿ ਪੇੜ ਇੱਕ ਜਗ੍ਹਾ 'ਤੇ ਹੈ, ਇਹ ਆਪਣੀ ਜਗ੍ਹਾ 'ਤੇ ਫੈਲਦਾ ਹੈ, ਠੀਕ ਹੈ, ਪਰ ਇਹ ਚੱਲ ਫਿਰ ਨਹੀਂ ਸਕਦਾ, ਇਸ ਲਈ ਇਹਦਾ ਆਪਸ਼ਨ ਆਏਗਾ ਈੜੀ, ਸਜੀਵ ਹੈ, ਚੱਲ ਫਿਰ ਨਹੀਂ ਸਕਦਾ, ਠੀਕ ਹੈ। ਇਹ ਸਾਡਾ PS ਸ਼ੀਟ 5 ਅੱਜ ਸੋਲਵ ਹੋ ਗਿਆ। ਸਾਰੇ ਇਸ ਨੂੰ ਧਿਆਨ ਨਾਲ ਸੁਣਿਓ, ਔਰ ਕੱਲ੍ਹ ਇਹਨੂੰ ਜਦ ਟੈਸਟ ਦੇ ਵਿੱਚ ਜੇ ਇਹ ਵਾਲੀ ਸ਼ੀਟ ਆਉਂਦੀ ਹੈ ਤਾਂ ਇਹਨੂੰ ਸਾਰੇ ਸਹੀ ਕਰਨ ਦੀ ਕੋਸ਼ਿਸ਼ ਕਰਿਓ ਅਤੇ ਜ਼ਿਆਦਾ ਤੋਂ ਜ਼ਿਆਦਾ ਨੰਬਰ ਲਿਓ। ਅੱਜ ਬਹੁਤ ਬੱਚਿਆਂ ਨੇ ਘੱਟ ਨੰਬਰ ਲਏ ਨੇ, ਠੀਕ ਹੈ, ਇਸ ਲਈ ਇਹਨੂੰ ਸਾਰੇ ਜ਼ਰੂਰ ਧਿਆਨ ਨਾਲ ਪੜ੍ਹਿਓ। ਥੈਂਕ ਯੂ।